ਵਗਦੇ ਪਾਣੀਆਂ ਦਾ ਸੰਗੀਤ ਉਹਨਾਂ ਨਿੱਕੀਆਂ ਤੇ ਮਿੱਠੀਆਂ ਯਾਦਾਂ ਦੀ ਕਹਾਣੀ ਹੈ ਜਿਨ੍ਹਾਂ ਦੀ ਸੰਘਣੀ ਛਾਂ ਹੇਠ ਮੈਂ ਪਲੀ ਹਾਂ। ਮੇਰੇ ਦੋ ਬੋੜ ਮਾਂ ਤੇ ਦਾਰਜੀ ਜਦ ਇੱਕ ਹੋਏ ਤਾਂ ਉਹਨਾਂ ਦੀਆਂ ਜੜ੍ਹਾਂ ਨੇ ਧਰਤੀ ਨੂੰ ਮਜ਼ਬੂਤੀ ਨਾਲ ਫੜ ਲਿਆ। ਹੌਲੀ ਹੌਲੀ ਵੱਧਦੇ ਗਏ ਤੇ ਜ਼ਿੰਦਗੀ ਦੀ ਜੱਦੋ-ਜਹਿਦ ਨੂੰ ਰਲ ਕੇ ਝੇਲਿਆ। ਕਈ ਤੂਫਾਨਾਂ ਤੇ ਥਪੇੜਿਆਂ ਨੂੰ ਬਰਦਾਸ਼ਤ ਕੀਤਾ, ਹਰ ਕਸ਼ਮਕਸ਼ ਨੂੰ ਹੱਸ ਕੇ ਸਹਾਰਿਆ ਤੇ ਅਸਮਾਨਾਂ ਦੀਆਂ ਉਚਾਈਆਂ ਨੂੰ ਛੂਹਣ ਦਾ ਬਲ ਹਾਸਲ ਕੀਤਾ। ਮੈਨੂੰ ਮਾਣ ਹੈ ਕਿ ਮੈਂ ਉਸ ਮਜ਼ਬੂਤ ਬੋੜ ਦੀ ਨਿੱਕੀ ਛਾਂ ਹੇਠ ਪਲ ਕੇ ਵੱਡੀ ਹੋਈ ਹਾਂ ਤੇ ਜ਼ਿੰਦਗੀ ਜਿਉਣ ਦੇ ਇੱਕ ਖੂਬਸੂਰਤ ਫਲਸਫੇ ਨੂੰ ਜਾਣਿਆ ਤੇ ਮਾਣਿਆ ਹੈ। ਉਸ ਘਣੇ ਬੋੜ ਦਾ ਪਰਛਾਵਾਂ ਬਣ ਕੇ ਜ਼ਿੰਦਗੀ ਵਿੱਚ ਹਰ ਪਲਾਂ ਸੋਚ ਸਮਝ ਕੇ ਤਰੀ ਹੈ। ਇਸ ਸੰਗੀਤ ਰੂਪੀ ਜੀਵਨ ਨੂੰ ਰੱਜ ਕੇ ਮਾਣਿਆ ਹੈ। ਮਾਂ ਦੀ ਸ਼ਖਸੀਅਤ ਦੇ ਉਹ ਹਸੀਨ ਪਲ ਜੋ ਮੈਂ ਮਹਿਸੂਸ ਕੀਤੇ ਨੇ ਤੇ ਮਾਣੇ ਨੇ, ਪਾਠਕਾਂ ਵਾਸਤੇ ਇਸ ਆਸ ਨਾਲ ਉਹ ਯਾਦਾਂ ਸਾਂਝੀਆਂ ਕਰਨ ਦਾ ਉਪਰਾਲਾ ਕੀਤਾ ਹੈ ਕਿ ਜੋ ਪਿਆਰ ਮੈਨੂੰ ਆਪਣੇ ਸਰੋਤਿਆਂ ਕੋਲੋਂ ਮਿਲਿਆ ਹੈ, ਉਹੀਓ ਪਿਆਰ ਮੈਨੂੰ ਆਪਣੇ ਪਾਠਕਾਂ ਕੋਲੋਂ ਵੀ ਮਿਲੇਗਾ। ਸ਼ੁਕਰੀਆ। ਮੈਂ ਹਾਂ ਡੋਲੀ ਗੁਲੇਰੀਆ। ਵਗਦੇ ਪਾਣੀਆਂ ਦਾ ਸੰਗੀਤ। ਸੱਤ ਦਿਨ ਲੰਘ ਗਏ ਸਨ, ਪਰ ਲੋਕਾਂ ਤੇ ਟੈਲੀਫੋਨ ਆਉਣੋਂ ਬੰਦ ਹੀ ਨਹੀਂ ਹੋ ਰਹੇ ਸਨ। ਰਾਤ ਦਿਨ ਦੁਨੀਆ ਦੇ ਵੱਖ-ਵੱਖ ਕੋਨਿਆਂ ਚੋਂ ਸੋਗ ਸੁਨੇਹੇ ਆਉਣੇ ਜਾਰੀ ਸਨ। ਇੰਗਲੈਂਡ, ਆਸਟ੍ਰੇਲੀਆ, ਅਮਰੀਕਾ, ਬਗਦਾਦ, ਕੈਨੇਡਾ, ਜਰਮਨੀ ਅਤੇ ਹੋਰ ਕਈ ਮੁਲਕਾਂ ਤੋਂ ਮੇਰੇ ਲਈ ਰਾਤ ਦਿਨ ਇੱਕ ਹੋ ਗਏ ਸਨ। ਮਾਂ ਦੇ ਸਾਰੇ ਪ੍ਰਸ਼ੰਸਕ ਮੇਰੇ ਨਾਲ ਹੀ ਗੱਲਾਂ ਕਰਨੀਆਂ ਚਾਹੁੰਦੇ ਸਨ। ਉਹਨਾਂ ਨੂੰ ਜਿਵੇਂ ਯਕੀਨ ਹੀ ਨਹੀਂ ਸੀ ਆ ਰਿਹਾ ਕਿ ਇਹ ਕੀ ਭਾਣਾ ਵਰਤ ਗਿਆ। ਸਾਰੇ ਰੋ ਰੋ ਕੇ ਮਾਂ ਨਾਲ ਆਪੋ ਆਪਣੀਆਂ ਮੁਲਾਕਾਤਾਂ ਦੇ ਕਿੱਸੇ ਸੁਣਾ ਰਹੇ ਸਨ। ਮੇਰਾ ਘਰ ਇੱਕ ਪਬਲਿਕ ਪਲੇਸ ਜਿਹਾ ਬਣ ਗਿਆ ਸੀ। ਕਿਤੇ ਕਰਨਲ ਸਾਹਿਬ ਪੱਤਰਕਾਰਾਂ ਨਾਲ ਵਾਰਤਾਲਾਪ ਕਰ ਰਹੇ ਸਨ, ਕਿਤੇ ਮੈਨੂੰ ਰਿਸ਼ਤੇਦਾਰਾਂ ਅਤੇ ਦੋਸਤਾਂ ਮਿੱਤਰਾਂ ਨੇ ਘੇਰਿਆ ਹੋਇਆ ਸੀ। ਅਜੀਬ ਜਿਹਾ ਮਾਹੌਲ ਬਣ ਗਿਆ ਸੀ। ਮੈਂ ਜਿਵੇਂ ਡੌਰ ਪੌਰ ਹੋਈ ਸਭ ਵੇਖ ਸੁਣ ਰਹੀ ਸਾਂ। ਮੈਂ ਇਹ ਸਮਝ ਹੀ ਨਹੀਂ ਪਾ ਰਹੀ ਸਾਂ ਕਿ ਮੈਂ ਕਿਹੜਾ ਅਨਮੋਲ ਖਜ਼ਾਨਾ ਗੁਆ ਬੈਠੀ ਹਾਂ। ਮਾਂ ਦੀਆਂ ਅੱਖਾਂ ਵਿੱਚ ਉਹ ਦਰਦ ਜੋ ਉਸਨੇ ਅਮਰੀਕਾ ਜਾਣ ਵੇਲੇ ਮੇਰੇ ਵੱਲ ਤੱਕ ਕੇ ਜ਼ਾਹਿਰ ਕੀਤਾ ਸੀ। ਪਤਾ ਨਹੀਂ ਬੱਚਿਆ ਹੁਣ ਮੈਂ ਪਰਤਾਂਗੀ ਜਾਂ ਨਹੀਂ। ਉਦੋਂ ਮੈਂ ਮਾਂ ਨੂੰ ਇਹ ਕਹਿ ਕੇ ਹੌਸਲਾ ਦਿੱਤਾ ਸੀ, ਮਾਂ ਤੁਸੀਂ ਛੇਤੀ ਪਰਤਾਓਗੇ, ਤੁਹਾਡੇ ਆਉਣ ਤੇ ਹੀ ਅਸੀਂ ਪਦਮ ਸ਼੍ਰੀ ਅਵਾਰਡ ਦੀ ਪਾਰਟੀ ਕਰਾਂਗੇ। ਮੈਂ ਇਹ ਨਹੀਂ ਸਾਂ ਜਾਣਦੀ ਕਿ ਮੈਂ ਮਾਂ ਨੂੰ ਝੂਠਾ ਦਿਲਾਸਾ ਦੇ ਰਹੀ ਸਾਂ। ਉਹ ਤਾਂ ਸਦਾ ਲਈ ਸਾਡੇ ਕੋਲੋਂ ਜਾ ਰਹੀ ਸੀ। ਨੀਂਦ ਦੀਆਂ ਗੋਲੀਆਂ ਖਾ ਕੇ ਵੀ ਮੈਨੂੰ ਨੀਂਦ ਨਹੀਂ ਸੀ ਆਉਂਦੀ। ਜਿਉਂ ਹੀ ਅੱਖਾਂ ਮੀਚਦੀ ਮਾਂ ਦੀ ਸ਼ਕਲ ਅੱਖਾਂ ਅੱਗੇ ਤੈਰਦੀ। ਮੈਂ ਅੱਬੜ ਵਾਹੇ ਉੱਠਦੀ, ਰੋਂਦੀ, ਤੜਪਦੀ ਅਤੇ ਟਹਿ ਪੈਂਦੀ। ਖਾਣਾ ਪੀਣਾ ਸੌਣਾ ਸਭ ਭੁੱਲ ਗਿਆ ਸੀ। ਫਿਰ 34 ਸੈਕਟਰ ਦੇ ਗੁਰਦੁਆਰੇ ਵਿੱਚ ਮਾਂ ਦਾ ਭੋਗ ਰੱਖਿਆ ਗਿਆ। ਕੀਰਤਨ ਤੋਂ ਬਾਅਦ ਗੁਰਦੁਆਰੇ ਵਿੱਚ ਸ਼ਰਧਾਂਜਲੀ ਦਿੰਦਿਆਂ ਸੈਂਕੜੇ ਲੋਕਾਂ ਨੇ ਆਪਣਾ ਪਿਆਰ ਰੱਜ ਕੇ ਪ੍ਰਗਟ ਕੀਤਾ ਅਤੇ ਮਾਂ ਦੀਆਂ ਤਾਰੀਫਾਂ ਦੇ ਪੁੱਲ ਬੰਨੇ। ਸਾਰਿਆਂ ਨੇ ਇਹੋ ਕਿਹਾ ਕਿ ਉਸ ਵਰਗੀ ਮਹਾਨ ਲੀਜੈਂਡ ਨੂੰ ਅੰਤਿਮ ਰਸਮਾਂ ਲਈ ਉਹਦੀ ਜਨਮ ਭੂਮੀ ਤੇ ਕਿਉਂ ਨਹੀਂ ਲਿਆਂਦਾ ਗਿਆ। ਖੈਰ ਮੇਰੇ ਕੋਲ ਇਹਨਾਂ ਸਵਾਲਾਂ ਦਾ ਕੋਈ ਜਵਾਬ ਨਹੀਂ ਸੀ। ਸਾਰਿਆਂ ਨੂੰ ਇਹੋ ਅਫਸੋਸ ਸੀ ਕਿ ਮਾਂ ਨੂੰ ਹਿੰਦੁਸਤਾਨ ਪੰਜਾਬ ਤੋਂ ਵਿਦਾਈ ਕਿਉਂ ਨਹੀਂ ਦਿੱਤੀ ਜਾ ਰਹੀ। ਡਾਕਟਰਾਂ ਦਾ ਮਸ਼ਵਰਾ ਸੀ ਕਿ ਛੇਤੀ ਤੋਂ ਛੇਤੀ ਮਾਂ ਦਾ ਸੰਸਕਾਰ ਕਰ ਦਿੱਤਾ ਜਾਵੇ। ਕੁਦਰਤ ਦੀ ਸਿਤਮ ਜ਼ਰੀਫੀ ਦੇਖੋ ਕਿ ਮੈਂ ਵੀ ਇੰਨੀ ਛੇਤੀ ਪਹੁੰਚ ਕੇ ਮਾਂ ਦੇ ਅੰਤਿਮ ਦਰਸ਼ਨ ਨਾ ਕਰ ਸਕੀ। ਉਸ ਦਿਨ ਭੋਗ ਤੋਂ ਬਾਅਦ ਮੈਂ ਬਹੁਤ ਥੱਕ ਗਈ ਸਾਂ। ਘਰ ਪਹੁੰਚ ਕੇ ਮੈਂ ਬਿਸਤਰੇ ਤੇ ਡਿੱਗ ਪਈ ਸਾਂ। ਹੌਕੇ ਭਰਦੀ ਮੈਂ ਕਦੋਂ ਸੌਂ ਗਈ ਮੈਂ ਨਹੀਂ ਜਾਣਦੀ। ਮਾਂ ਮੇਰੇ ਘਰ ਦੇ ਬਗੀਚੇ ਵਿੱਚ ਘੁੰਮ ਰਹੀ ਸੀ। ਉਹਨੇ ਆਪਣਾ ਪਸੰਦੀਦਾ ਫਿਰੋਜ਼ੀ ਰੰਗ ਦਾ ਸੂਟ ਪਾਇਆ ਹੋਇਆ ਸੀ। ਉਹ ਬੜੀ ਸੋਹਣੀ ਲੱਗ ਰਹੀ ਸੀ।
फिर वो टिप टिप तुरदी मेरे वाल आई, मूँह दे उपर मिठी जी मुस्कान। मैनू हथ नाल बाबा जी दे कमरे वाल आउण दा इशारा करदी वो छोले कदम पौड़ियां चढ़ रही सी। हिप्नोटाइज होई मैं भी बिना कुछ कहा ਉਹਦੇ मगर जा रही सां। कमरे विच पहुंच के उन्हें खड़े खलोते मत्था टेकिया अते नाल पए दीवान ते बह गई। मेरी बांह फड़ के मैनू भी उन्हें अपने कोल बैठन लई इशारा किया। सो मत्था टेक के मैं भी ਉਹਦੇ सज्जे बन्ने बह गई। बड़ी धीमी आवाज विच मैनू कहन लगी, डॉल तू मेरी बड़ी प्यारी धी है, तू अपने हथी मैनू टोरिया सी, वेख मैं परत आई हां, हुण मैं तेरे कोल ही रवांगी, कदी वापस नहीं जावांगी, तू तां मेरी जिंद जान है, मैं सदा तेरे नाल हां। उन्हें मैनू अपने नाल घुट लिया सी। मैं भी जिवें बच्चे जी हो गई। मैं भी गोदी दा निग ते ओदा हुलारा लैंदियां ओदे नाल चंबड़ गई। ओदी आवाज फिर मेरे कन्नी पई, तू मेरी जिंद जान है डॉल, तू मेरे गीत गाउणी है तां मैनू ठंड पैंदी है। वो चुप कर रही, जिवें बीते च उतर के अपनी याद विचों कुछ कुरेद रही होवे। उन्हें फिर बोलना शुरू किया, डॉल तेनू याद है वो सारे गीत जो मैं तेनू सिखाए सन? मैं क्या, हाँ मां, मैनू याद ने वो सारे गीत। मां सदके कहंदियां उस मेरा मत्था चुम लिया। भावुक हुंदियां उन्हें फिर मेरा हाथ फड़ लिया अते कहन लगी, तू मेरे गाए सारे गीत अपनी आवाज विच रिकॉर्ड करवा, ए मेरा जी करता है। मेरे ਸਰੋਤਿਆਂ ਨੂੰ कदी मेरी घाट महसूस ना होवे। जो प्यार उन्होंने मैनू दिता है वो तेनू भी मिले। बहुत भावुक होई जा रही सी मां, अखां चों अथरू वह रहे सन। अखां मीची वो लगातार बोली जा रही सी, वादा कर डॉल, तू मेरी आवाज, मेरे संगीत ते मेरे गीतां नू जिंदा रखेगी। असी दोवें मावां धीआं एक दूजी दी मिठी गलवकड़ी विच सां अते मोह दा दरिया साड़ियां अखां चों वह रहा सी। मैं मां दियां उमंगां ते सिर चुकाई जा रही सां। मां दी पीडी गलवकड़ी विच मैं कूक सौ गई सां। डॉल उठना नहीं, चाह ठंडी हो रही है, कर्नल साहब ने मैनू जगांदे होए कहा। ते मैं मां दी गलवकड़ी विच नहीं सगों सिरहाने विच मूँह रखी रो रही सां। मेरियां अखां मां नू ढूंढ रही सन, पर मेरे सामने तां सिर्फ कर्नल साहब ही बैठे सन मैनू जगाउंदे हुए। उठ के चाह दा कप मैं चुपचाप फड़ लिया। 100 रुख पई लावां, रुख तां हरे परे, मावां ठंडियां छावां, छावां कौन करे। मां दा विछोड़ा धीआं लई बयान करना उसे तरह है जिवें दर्द विछोड़े दा हाल नी मैं किनू आखां। सूला मार दीवानी कीता, बिरहों पिया मेरे ख्याल नी मैं किनू आखां। मेरा सुपना ते टुट गया, पर ये गल्लां याद रह गईयां। ये दर्द अवलड़ा हुंदा है, जिहड़ा दसन ते घटदा नहीं बल्कि होर वधदा है। मैं अपनी मां दी वड्डी धी हां, जिसने जिंदगी दे हर मोड़ उपर मां दे नाल परछावां बन के जीवन नू वेख्या अते गुजारिया है। 3 साल दी उम्र तो हुण तक दा सफर मैनू इंज याद है जिवें अजे कल दी गल होवे। संगीत दे महारथियां नू मिलना मेरी वड्डी खुशकिस्मती है। एक साफ सुथरी जिंदगी जीउण दा नुस्खा जो मां बाप तो मिलिया वो मेरा सरमाया है। हर जद्दोजहद नाल डट के मुकाबला करन दा बल अते फिर कामयाबी दा मूँह चुमना मेरे जीवन दा हसीन हासिल है। तमाम नसीहतां अते ज्ञान देन बाद दारजी दा यह कहना कि जिंदगी एक बार मिलती है, इनू रज के माणो। सच झूठ दी पहचान करनी बहुत औखी गल है। जिन्हें यह हासिल कर लिया वो जेतू है। अपनियां गलतियां नू मन लेना अते दुरुस्त कर लेना खूबसूरत जिंदगी दा एक नुस्खा है। रब तुहाडे अंदर है, किधरे बाहर नहीं। वसै रब हयाली है,
जंगल क्या ढूंढे। शेख फरीद दा ਇਹ ਕਹਿਣਾ ਤੇ ਆਖਿਰ ਵਿੱਚ ਸਭ ਤੋਂ ਉੱਤਮ ਸਿੱਖਿਆ ਆਪਣਾ ਆਪ ਪਹਿਚਾਨੋ। ਦਾਰਜੀ ਦੀਆਂ ਇਹ ਨਸੀਹਤਾਂ ਮੈਂ ਕਦੀ ਨਹੀਂ ਭੁੱਲ ਸਕਦੀ। ਇੱਕ ਕਾਮਯਾਬ ਕਲਾਕਾਰ ਲੋਕਾਂ ਵਾਸਤੇ ਇੱਕ ਮਾਡਲ ਹੁੰਦਾ ਹੈ। ਲੋਕ ਉਹਨਾਂ ਦੀ ਕਲਾ ਦੀ ਕਦਰ ਕਰਦੇ ਹਨ, ਉਹਦੀ ਕਲਾ ਦੀ ਬੁਲੰਦੀ ਤੋਂ ਉਹਦੀ ਪਰਖ ਕਰਦੇ ਹਨ, ਪਰ ਜਾਣਨਾ ਬਹੁਤ ਮੁਸ਼ਕਿਲ ਹੈ ਕਿ ਅਸਲ ਵਿੱਚ ਉਹਦੀ ਸ਼ਖਸੀਅਤ ਹੈ ਕੀ। ਮਾਂ ਵਿਚਲੀ ਮਹਾਨ ਕਲਾਕਾਰ ਨੂੰ ਉਹਦੇ ਹਰ ਰੂਪ ਵਿੱਚ ਵੇਖਿਆ ਹੈ। ਉਹਦੀ ਸ਼ੋਹਰਤ ਨੂੰ ਜਾਣਿਆ ਤੇ ਮਾਣਿਆ ਹੈ। ਉਹਦੀ ਜ਼ਿੰਦਗੀ ਦੇ ਹਰ ਪਹਿਲੂ ਨੂੰ ਨੇੜਿਓਂ ਪੜ੍ਹਿਆ ਵਾਚਿਆ ਅਤੇ ਮੈਂ ਬਹਿ ਬਹਿ ਕੇ ਸਾਰੀ ਜ਼ਿੰਦਗੀ ਉਹਦੇ ਨਾਲ ਟੁਰੀ ਹਾਂ, ਬਲਕਿ ਖਹਿ ਖਹਿ ਕੇ ਟੁਰੀ ਹਾਂ। ਕਿਵੇਂ ਇੱਕ ਅੰਕੁਰ ਫੁੱਟ ਕੇ ਸੁੰਦਰ ਸੁਹਾ ਫੁੱਲ ਗੁਲਾਬ ਬਣ ਜਾਂਦਾ ਹੈ, ਜਿਸ ਦੀ ਮਹਿਕ ਨਾਲ ਸਾਰਾ ਆਲਮ ਸਰਸ਼ਾਰ ਤੇ ਸੁਰਮਈ ਹੋ ਗਿਆ ਹੋਵੇ। ਇਹ ਮੈਨੂੰ ਸਾਰਾ ਵਿਸਥਾਰ ਵਿੱਚ ਬਿਆਨ ਕਰਨਾ ਬਿਲਕੁਲ ਮੁਸ਼ਕਿਲ ਨਹੀਂ ਸੀ, ਪਰ ਲਿਖ ਕੇ ਤੁਹਾਡੇ ਸਾਹਮਣੇ ਪੇਸ਼ ਕਰਨ ਲਈ ਮੇਰੇ ਲਈ ਮੇਰੇ ਪਤੀ ਕਰਨਲ ਸ਼ਰਨਜੀਤ ਸਿੰਘ ਗੁਲੇਰੀਆ ਜੀ ਦੀ ਹੌਸਲਾ ਅਫਜ਼ਾਈ ਬਿਨਾਂ ਇਹ ਸੰਭਵ ਨਹੀਂ ਸੀ। ਜ਼ਿੰਦਗੀ ਦੇ ਵੱਖ-ਵੱਖ ਖੂਬਸੂਰਤ ਅਹਿਸਾਸ ਚੇਤੇ ਆਉਂਦਿਆਂ ਮੈਨੂੰ ਇੰਜ ਲੱਗਦਾ ਹੈ ਕਿ ਇਹ ਕੋਈ ਸੁਪਨਾ ਜਿਹਾ ਹੈ। ਮੈਂ ਕੀ ਸੱਚਮੁੱਚ ਉਸ ਮਾਂ ਦੀ ਬੱਚੀ ਹਾਂ ਜਿਸਨੇ ਦੁਨੀਆ ਦੇ ਪੰਜਾਬੀਆਂ ਦੇ ਦਿਲਾਂ ਉੱਤੇ ਆਪਣੇ ਗੀਤਾਂ ਰਾਹੀਂ ਰਾਜ ਕੀਤਾ ਹੈ ਅਤੇ ਕਰਦੀ ਰਹੇਗੀ ਜਦੋਂ ਤੱਕ ਪੰਜਾਬ, ਪੰਜਾਬੀ ਬੋਲੀ ਅਤੇ ਪੰਜਾਬੀਅਤ ਜ਼ਿੰਦਾ ਹੈ। ਪਰਤ ਦਰ ਪਰਤ ਖੁੱਲਦੀਆਂ ਜਾ ਰਹੀਆਂ ਸਨ ਮੇਰੇ ਮਨ ਦੀਆਂ ਤਹਿਾਂ, ਕਦੀ ਬਚਪਨ ਦੀਆਂ ਭੋਲੀਆਂ ਸ਼ਰਾਰਤਾਂ ਤੇ ਕਦੀ ਜਵਾਨੀ ਦੀਆਂ ਗੁੱਝੀਆਂ ਗੱਲਾਂ, ਜਿਨ੍ਹਾਂ ਦਾ ਅਸਰ ਹਰ ਪਲ ਮੈਂ ਆਪਣੀ ਜ਼ਿੰਦਗੀ ਵਿੱਚ ਘੋਲਿਆ ਹੋਇਆ ਹੈ ਅਤੇ ਪੀ ਪੀ ਕੇ ਉਸ ਰਸ ਨੂੰ ਮੈਂ ਮਾਣ ਰਹੀ ਹਾਂ, ਕਦੀ ਇਕੱਲਿਆਂ ਬਹਿ ਕੇ ਤੇ ਕਦੀ ਆਪਣੇ ਪਿਆਰੇ ਪਰਿਵਾਰ ਨਾਲ ਸਾਂਝੀਆਂ ਕਰਕੇ। ਸੰਗੀਤ ਨਾਲ ਜੁੜੀਆਂ ਕਈ ਅਜਿਹੀਆਂ ਯਾਦਾਂ ਨੇ ਜੋ ਸ਼ਾਇਦ ਹਰ ਇੱਕ ਦੇ ਨਸੀਬ ਵਿੱਚ ਨਹੀਂ ਹੁੰਦੀਆਂ। ਰੱਬ ਮੇਰੇ ਤੇ ਜਿੰਨਾ ਮਿਹਰਬਾਨ ਹੈ, ਇਹ ਮੈਂ ਰਹਿ ਕੇ ਮਹਿਸੂਸ ਕਰਦੀ ਹਾਂ ਅਤੇ ਦਿਲੋਂ ਉਸ ਪਰਵਰਦਿਗਾਰ ਦਾ ਸ਼ੁਕਰਾਨਾ ਵੀ ਕਰਦੀ ਹਾਂ ਕਿ ਮੈਨੂੰ ਇੱਕ ਅਜਿਹੇ ਪਰਿਵਾਰ ਵਿੱਚ ਜਨਮ ਮਿਲਿਆ ਜਿੱਥੇ ਬਾਪ ਇੱਕ ਪੀਰ ਦਾ ਰੂਪ ਸੀ ਅਤੇ ਮਾਂ ਕਲਾ ਦੀ ਦੇਵੀ, ਦੋਵੇਂ ਰੱਜ ਕੇ ਖੂਬਸੂਰਤ ਅਤੇ ਆਪੋ ਆਪਣੇ ਕਿੱਤਿਆਂ ਵਿੱਚ ਮਾਹਿਰ। ਮਾਂ ਦਾਰਜੀ ਦੀਆਂ ਯਾਦਾਂ ਮੇਰੇ ਜੀਵਨ ਦਾ ਅਨਮੋਲ ਖਜ਼ਾਨਾ ਹੈ। ਆਓ ਤੁਹਾਨੂੰ ਵੀ ਪੁਆਵਾਂ ਇੱਕ ਪੰਛੀ ਚਾਤ ਇਹਨਾਂ ਯਾਦਾਂ ਤੇ ਪੇਸ਼ ਕਰਦੀ ਹਾਂ। ਇਹ ਯਾਦਾਂ ਦੀ ਚੰਗੇਰ